जो लरे दीन के हेत पुरजा कबहू ना छोड़े खेत। 12 ਸਤੰਬਰ 1897 ਅਸਲ ਵਿੱਚ ਕੀ ਸੀ ਕਿ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਤੇ ਅਫਗਾਨਿਸਤਾਨ ਦਾ ਇੱਕ ਬੜਾ ਵੱਡਾ ਹਿੱਸਾ ਜਿਹੜਾ ਸੀ ਇੰਡੀਆ ਦੇ ਵੱਲ ਪਾਸੇ ਸੀ, ਭਾਰਤ ਦੇ ਵਿੱਚ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਨੇ ਅਫਗਾਨਿਸਤਾਨ ਦਾ ਬੜਾ ਵੱਡਾ ਹਿੱਸਾ ਜਿੱਤ ਕੇ ਹਿੰਦੁਸਤਾਨ ਦੇ ਵਿੱਚ ਸ਼ਾਮਲ ਕੀਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਦਾ ਇੱਕ ਹਿੱਸਾ ਸੀ। ਜਦੋਂ ਸਿੱਖ ਰਾਜ ਖਤਮ ਹੋਇਆ ਤੇ ਉਹ ਸਾਰਾ ਦਾ ਸਾਰਾ ਏਰੀਆ ਜਿਹੜਾ ਸੀ ਉਹ ਅੰਗਰੇਜ਼ਾਂ ਦੇ ਕੋਲ ਆ ਗਿਆ। ਖੈਬਰ ਪਖਤੂਆਨਾਤ ਜਿਹਦੇ ਅੰਦਰ ਕੁਝ ਏਰੀਏ ਸ਼ਾਮਲ ਸਨ, ਜਿਨ੍ਹਾਂ ਵਿੱਚ ਸਮਾਣਾ ਹਿੱਲ ਸੀ, ਕੁਰਗ ਦਾ ਏਰੀਆ ਸੀ, ਸੰਗਰ ਦਾ ਏਰੀਆ ਸੀ ਤੇ ਨਾਲ ਸੰਟੋਕ ਢਾਰ ਸੀ, ਸਾਰਾਗੜੀ ਦਾ ਏਰੀਆ ਸੀ। ਇਹ ਸਾਰੇ ਏਰੀਆ ਦੇ ਉੱਤੇ 2 ਚੌਕੀਆਂ ਬਣਾਈਆਂ ਹੋਈਆਂ ਸਨ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਅਫਗਾਨਿਸਤਾਨ ਤੋਂ ਕਦੀ ਵੀ ਹਮਲਾ ਹੋ ਸਕਦਾ ਹੈ। ਜਿਹੜੇ ਅਫਗਾਨਿਸਤਾਨ ਦੇ ਟ੍ਰਾਈਬਲ ਮੈਨ ਸਨ, ਖਾਸ ਤੌਰ ਤੇ ਜਿਹੜੇ ਪਖਤੂਨ ਸਨ, ਉਹ ਬੜੇ ਤਗੜੇ ਲੜਾਕੇ ਸਨ ਤੇ ਉਹਨਾਂ ਦਾ ਪ੍ਰਯਾਸ, ਉਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਸੀ ਵੀ ਕਿਸੇ ਤਰੀਕੇ ਨਾਲ ਆਪਾਂ ਇਹ ਜਿਹੜਾ ਸਾਰਾ ਏਰੀਆ ਅੰਗਰੇਜ਼ਾਂ ਤੋਂ ਵਾਪਸ ਲੈ ਲਈਏ। ਤੇ ਉਸ ਏਰੀਆ ਦੀ ਰਾਖੀ ਵਾਸਤੇ ਔਰ ਦੂਜਾ ਇਹ ਸੋਚ ਕੇ ਕਿ ਇਸ ਇਲਾਕੇ ਤੋਂ ਅਫਗਾਨਿਸਤਾਨ ਵਾਲੇ ਪਾਸੋਂ ਜਿਹੜਾ ਹੈ ਹਿੰਦੁਸਤਾਨ ਤੇ ਹਮਲਾ ਨਾ ਹੋਵੇ, 2 ਚੌਕੀਆਂ ਬਣਾਈਆਂ ਗਈਆਂ ਸਨ। ਇੱਕ ਚੌਕੀ ਦਾ ਨਾਮ ਸੀ ਗੁਲਿਸਤਾਨ ਤੇ ਗੁਲਿਸਤਾਨ ਦੇ ਨਾਲ ਦੂਜੀ ਜਿਹੜੀ ਚੌਕੀ ਸੀ ਉਹ ਲੋਕਾਟ ਸੀ, ਜਿਹੜੀ ਸਾਰਾਗੜੀ ਦੇ ਕੋਲ ਸੀ। ਗੁਲਿਸਤਾਨ ਵੱਡੀ ਚੌਕੀ ਸੀ, ਉੱਥੇ ਫੌਜ ਜ਼ਿਆਦਾ ਹੁੰਦੀ ਸੀ। ਲੋਕਾਟ ਜਿਹੜੀ ਸੀ ਉੱਥੇ ਥੋੜੀ ਫੌਜ ਹੁੰਦੀ ਸੀ ਤੇ ਗੁਲਿਸਤਾਨ ਤੇ ਪਹੁੰਚਣ ਦਾ ਜਿਹੜਾ ਰਸਤਾ ਸੀ ਉਹ ਲੋਕਾਟ ਤੋਂ ਹੋ ਕੇ ਜਾਂਦਾ ਸੀ। ਤੇ ਇਹ ਸਮਾਂ ਜਿੱਦਾਂ ਦੀ ਮੈਂ ਗੱਲ ਕਰ ਰਿਹਾ 12 ਸਤੰਬਰ ਦੀ, ਉਦਨ ਪਖਤੂਨ ਜਿਹੜੀ ਜਾਤੀ ਹੈ ਜਿਹਦੇ ਅੰਦਰ 2 ਖਾਸ ਜਾਤੀਆਂ ਸਨ, ਇੱਕ ਔਰਕਾ ਜਾਈ ਤੇ ਇੱਕ ਜਿਹੜੀ ਜਾਤੀ ਦਾ ਨਾਮ ਸੀ ਅਫਰੀਦੀ, ਇਹ ਪਖਤੂਨ ਸਨ। ਇਹ ਟ੍ਰਾਈਬਲ ਘੱਟੋ ਘੱਟ 12000 ਦੀ ਸੰਖਿਆ ਸੀ। ਕਈ ਇਤਿਹਾਸਕਾਰ ਇਹਨੂੰ 24000 ਤੱਕ ਵੀ ਦੱਸਦੇ ਨੇ ਤੇ 12000 ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ। 12000 ਅਫਗਾਨੀਆਂ ਨੇ ਇਹ ਸੋਚ ਕੇ ਕਿ ਅਸੀਂ ਗੁਲਿਸਤਾਨ ਤੇ ਕਬਜ਼ਾ ਕਰਨਾ ਹੈ, ਕਿਉਂਕਿ ਜੇ ਗੁਲਿਸਤਾਨ ਤੇ ਕਬਜ਼ਾ ਹੋ ਗਿਆ ਤੇ ਸਾਡਾ ਇਹ ਪੂਰਾ ਏਰੀਆ ਜਿਹੜਾ ਇਸ ਟਾਈਮ ਅੰਗਰੇਜ਼ਾਂ ਦੇ ਕਬਜ਼ੇ 'ਚ ਹੈ, ਜਿਹੜਾ ਹਿੰਦੁਸਤਾਨ ਦਾ ਹਿੱਸਾ ਹੈ, ਸਾਡੇ ਕੋਲ ਵਾਪਸ ਆ ਜਾਏਗਾ। ਸੋ ਗੁਲਿਸਤਾਨ ਤੇ ਕਬਜ਼ਾ ਕਰਨ ਦਾ ਰਸਤਾ ਜਿਹੜਾ ਸੀ ਉਹ ਸਾਰਾਗੜੀ ਤੋਂ ਹੋ ਕੇ ਜਾਂਦਾ ਸੀ, ਜਿੱਥੇ ਲੋਕਾਟ ਦਾ ਕਿਲਾ ਸੀ। ਉਹਨਾਂ ਨੂੰ ਇਹ ਪਤਾ ਲੱਗਾ ਕਿ ਲੋਕਾਟ ਦੇ ਅੰਦਰ ਸਿਰਫ 21 ਸਿੱਖਾਂ ਦੀ ਡਿਊਟੀ ਹੈ। ਹਵਲਦਾਰ ਈਸ਼ਰ ਸਿੰਘ ਉਹਨਾਂ ਦਾ ਇੰਚਾਰਜ ਸੀ, ਸਿਰਫ 21 ਸਿੱਖ ਸਨ। ਉਹਨਾਂ ਨੂੰ ਇਹ ਲੱਗਾ ਕਿ ਜਦੋਂ ਅਸੀਂ 12000 ਕਬਾਇਲੀ ਟ੍ਰਾਈਬਲ ਅਸੀਂ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ, ਸਾਡੇ ਕੋਲ ਸਾਰਾ ਕੁਝ ਹੈ, ਤੋਪਾਂ ਵੀ ਨੇ, ਬੰਦੂਕਾਂ ਵੀ ਨੇ, ਹਥਿਆਰ ਨੇ, ਹਰ ਤਰ੍ਹਾਂ ਦੇ ਪੁਰਾਣੇ ਹਥਿਆਰ ਵੀ ਨੇ ਤੇ ਨਵੇਂ ਹਥਿਆਰ ਵੀ ਨੇ। ਜਦੋਂ ਅਸੀਂ ਹਮਲਾ ਕਰਾਂਗੇ ਤੇ 21 ਸਿੱਖਾਂ ਦੀ ਕੀ ਮਜਾਲ ਹੈ? 21 ਸਿੱਖ ਤਾਂ ਹੱਥ ਖੜੇ ਕਰਕੇ ਸਰੈਂਡਰ ਕਰ ਜਾਣਗੇ। ਜਦੋਂ ਉਹਨਾਂ ਨੇ ਇੰਨੀ ਭੀੜ ਕਿਲੇ ਵਾਲਾ ਹੁੰਦੀ ਦੇਖੀ, ਔਰ ਸਭ ਤੋਂ ਵੱਡੀ ਗੱਲ ਉਹ ਕਿਲਾ ਵੀ ਨਹੀਂ ਸੀ। ਜਿਹੜੇ ਉਹ ਸਾਰਾਗੜੀ ਜਿਹਨੂੰ ਲੋਕਾਟ ਦਾ ਆਪਾਂ ਕਿਲਾ ਕਹਿੰਦੇ ਆ ਨਾ, ਇੱਕ ਛੋਟੀ ਜਿਹੀ ਗੜੀ ਸੀ। ਜਿੱਦਾਂ ਚਮਕੌਰ ਦੀ ਗੜੀ ਕੋਈ ਵੱਡਾ ਕਿਲਾ ਨਹੀਂ ਸੀ, ਇੱਕ ਛੋਟੀ ਜਿਹੀ ਗੜੀ ਸੀ, ਕੱਚੀ ਗੜੀ ਸੀ। ਉਵੇਂ ਜਿਹੜਾ ਲੋਕਾਟ ਦਾ ਕਿਲਾ ਸੀ ਉਹ ਵੀ ਇੱਕ ਛੋਟੀ ਜਿਹੀ ਗੜੀ ਸੀ, ਬਹੁਤ ਵੱਡਾ ਕਿਲਾ ਨਹੀਂ ਸੀ। ਉਹ ਅਜਿਹਾ ਕਿਲਾ ਨਹੀਂ ਸੀ ਜਿਹਨੂੰ ਅਸੀਂ ਬੜਾ ਸੁਰੱਖਿਅਤ ਕਹਿ ਸਕਦੇ ਹਾਂ। ਸੋ ਉਹਨਾਂ ਨੂੰ ਇਹ ਸੀ ਕਿ ਜਦੋਂ ਸਾਡੀ 12000 ਦੀ ਭੀੜ ਨੇ ਉੱਥੇ ਪਹੁੰਚ ਕੇ ਨਾਰੇ ਲਾਏ ਔਰ ਆਵਾਜ਼ਾਂ ਕੀਤੀਆਂ ਔਰ ਨਗਾਰੇ ਵਜਾਏ ਤੇ 21 ਸਿੱਖਾਂ ਨੇ ਜਾਂ ਤਾਂ ਕਿਲਾ ਛੱਡ ਕੇ ਭੱਜ ਜਾਣਾ ਗੁਲਿਸਤਾਨ ਵਾਲੇ ਪਾਸੇ ਤੇ ਜਾਂ ਉਹ ਸਰੈਂਡਰ ਕਰ ਜਾਣਗੇ। ਤੇ ਅਗਰ ਅਸੀਂ ਅੱਧੇ ਪੌਣੇ ਘੰਟੇ ਦੇ ਅੰਦਰ ਲੋਕਾਟ ਤੇ ਕਬਜ਼ਾ ਕਰ ਲਿਆ ਤੇ ਸ਼ਾਮ ਹੋਣ ਤੋਂ ਪਹਿਲਾਂ ਅਸੀਂ ਗੁਲਿਸਤਾਨ ਤੇ ਕਬਜ਼ਾ ਕਰ ਲਾਂਗੇ। ਗੁਲਿਸਤਾਨ 'ਚ ਵੀ 250-300 ਜਿਹੜਾ ਉੱਥੇ ਉਹਨਾਂ ਦਾ ਸਿਪਾਹੀ ਹੈ। ਟ੍ਰਾਈਬਲਸ ਨੇ, ਜਿਹੜੇ ਪਖਤੂਨ ਟ੍ਰਾਈਬਲ ਸਨ, ਉਹਨਾਂ ਨੇ ਸਾਰਾਗੜੀ ਦਾ ਕਿਲਾ, ਜਿਹਨੂੰ ਅਸਲ ਵਿੱਚ ਲੋਕਾਟ ਦਾ ਕਿਲਾ ਕਿਹਾ ਜਾਂਦਾ ਸੀ, ਸਾਰਾਗੜੀ ਪਿੰਡ ਦਾ ਨਾਮ ਸੀ, ਉੱਥੇ ਹਮਲਾ ਕੀਤਾ 12 ਸਤੰਬਰ ਨੂੰ। ਉਹਨਾਂ ਨੂੰ ਉਮੀਦ ਸੀ ਕਿ ਅੱਧੇ ਘੰਟੇ 'ਚ ਅਸੀਂ ਇਹ ਕਿਲਾ ਜਿੱਤ ਕੇ ਅੱਗੇ ਗੁਲਿਸਤਾਨ ਨੂੰ ਵੱਧ ਜਾਵਾਂਗੇ। ਜਿਹੜੇ ਅੰਗਰੇਜ਼ ਸਨ, ਕਿਉਂਕਿ ਉਦੋਂ ਸੰਦੇਸ਼ ਦੇਣ ਦਾ ਜਿਹੜਾ ਤਰੀਕਾ ਹੁੰਦਾ ਸੀ, ਉਹ ਸੰਦੇਸ਼ ਦੇਣ ਦਾ ਤਰੀਕਾ ਜਿਹੜਾ ਸੀ ਉਹ ਸਪੈਸ਼ਲ ਯੰਤਰ ਸਨ, ਜਿਹਦੇ ਨਾਲ ਰੋਸ਼ਨੀ ਦੇ ਰਾਹੀਂ ਸੰਦੇਸ਼ ਦਿੱਤਾ ਜਾਂਦਾ ਸੀ। ਤੇ ਇੱਕ ਗੁਰਮੁਖ ਸਿੰਘ ਸੀ, ਸਿਪਾਹੀ ਗੁਰਮੁਖ ਸਿੰਘ, ਜਿਹੜਾ ਉਸ ਸਾਰੇ ਸਿਸਟਮ ਨੂੰ ਸਮਝਦਾ ਸੀ। ਗੁਲਿਸਤਾਨ ਤੋਂ ਰੋਸ਼ਨੀ ਦੇ ਰਾਹੀਂ ਜਿਹੜਾ ਉਹ ਸੰਦੇਸ਼ ਦਿੱਤਾ ਗਿਆ ਤੇ ਗੁਰਮੁਖ ਸਿੰਘ ਨੇ ਉਹ ਸੰਦੇਸ਼ ਨੋਟ ਕੀਤਾ। ਸੰਦੇਸ਼ ਇਹ ਸੀ ਕਿ ਤੁਹਾਡੇ ਵਾਲੇ ਪਾਸੇ ਬਹੁਤ ਵੱਡੀ ਤਾਦਾਦ ਵਿੱਚ ਅਫਗਾਨੀ ਵੱਧ ਰਹੇ ਨੇ ਤੇ ਤੁਸੀਂ ਕਿਲਾ ਛੱਡ ਕੇ ਇੱਧਰ ਆ ਜਾਓ, ਕਿਉਂਕਿ ਸਾਫ਼ ਨਜ਼ਰ ਆ ਗਿਆ ਸੀ ਕਿ ਤੁਸੀਂ ਕਿਲਾ ਨਹੀਂ ਬਚਾ ਪਾਓਗੇ। ਲੇਕਿਨ ਹਵਲਦਾਰ ਈਸ਼ਰ ਸਿੰਘ ਨੇ ਕਿਹਾ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਕਦੀ ਵੀ ਆਪਣਾ ਕਿਲਾ ਛੱਡ ਕੇ ਨਹੀਂ ਜਾਂਦਾ, ਲੜਾਈ ਦਾ ਮੈਦਾਨ ਛੱਡ ਕੇ ਨਹੀਂ ਭੱਜਦਾ, ਅਸੀਂ ਨਹੀਂ ਭੱਜਾਂਗੇ। ਉਹਨਾਂ ਨੇ ਆਪਣੇ 21 ਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਮਰਨ ਵਾਸਤੇ ਤਿਆਰ ਹੋ? ਇਹ ਨਹੀਂ ਪੁੱਛਿਆ ਲੜਨ ਵਾਸਤੇ ਤਿਆਰ ਹੋ, ਕਿ ਤੁਸੀਂ ਮਰਨ ਵਾਸਤੇ ਤਿਆਰ ਹੋ? ਤੇ ਸਿੱਖਾਂ ਨੇ, ਜਿਹੜੇ ਗੁਰੂ ਦੇ ਸਿੱਖ ਸਨ, ਭਾਵੇਂ ਉਸ ਟਾਈਮ ਉਹ ਅੰਗਰੇਜ਼ ਦੇ ਸਿਪਾਹੀ ਸਨ, ਅੰਗਰੇਜ਼ ਵੱਲੋਂ ਲੜ ਰਹੇ ਸਨ, ਪਰ ਅਸਲ ਵਿੱਚ ਉਹ ਲੜ ਰਹੇ ਸਨ ਆਪਣੇ ਮੁਲਕ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦਾ ਜਿੱਤਿਆ ਹੋਇਆ ਇਲਾਕਾ ਹੈ, ਹਰੀ ਸਿੰਘ ਨਲਵੇ ਦਾ ਜਿੱਤਿਆ ਹੋਇਆ ਇਲਾਕਾ ਹੈ
ਕਿ ਇਸ ਇਲਾਕੇ ਨੂੰ ਬਚਾ ਕੇ ਰੱਖਣਾ, ਔਰ ਜੇ ਇਸ ਇਲਾਕੇ ਨੂੰ ਨਾ ਬਚਾਇਆ ਤੇ ਅਫਗਾਨੀ ਜਿਹੜੇ ਅੱਜ ਤੱਕ ਕਦੀ ਹਮਲਾਵਰ ਬਣ ਕੇ, ਕਦੀ ਅਹਿਮਦ ਸ਼ਾਹ ਅਬਦਾਲੀ ਆ ਗਿਆ, ਕਦੀ ਦੁਰਾਨੀ ਆ ਗਿਆ, ਕਦੀ ਗਜਨੀ ਆ ਗਿਆ, ਕਈ ਜਿਹੜੇ ਨੇ ਹਮਲੇ ਜਿਹੜੇ ਨੇ ਹਿੰਦੁਸਤਾਨ ਤੇ ਅਫਗਾਨਿਸਤਾਨ ਵੱਲ ਹੋਏ। ਇੱਥੋਂ ਦੀਆਂ ਧੀਆਂ ਬੇਟੀਆਂ ਨੂੰ ਚੁੱਕ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਿਆ ਗਿਆ। ਇੱਥੋਂ ਦੀ ਜਿਹੜੀ ਅਪਾਰ ਸੰਪਦਾ ਸੀ ਉਹ ਲੁੱਟ ਕੇ ਅਫਗਾਨਿਸਤਾਨ ਲਿਜਾਈ ਗਈ। ਉਹਨਾਂ ਨੂੰ ਇਹ ਪਤਾ ਸੀ ਕਿ ਜੇ ਆਪਾਂ ਇਹ ਹਮਲਾ ਇਹਨਾਂ ਦਾ ਕਾਮਯਾਬ ਹੋ ਗਿਆ ਤੇ ਕੱਲ ਨੂੰ ਦੁਬਾਰਾ ਤੋਂ ਇਹਨਾਂ ਨੂੰ ਰਸਤਾ ਮਿਲ ਜਾਏਗਾ। ਜਿਹੜਾ ਹਰੀ ਸਿੰਘ ਨਲਵੇ ਨੇ ਇਹਨਾਂ ਨੂੰ ਠੱਲ ਪਾਈ ਸੀ ਕਿ ਇਹ ਮੁੜ ਗਏ ਸਨ ਹਿੰਦੁਸਤਾਨ ਤੇ ਹਮਲਾ ਕਰਨ ਨੂੰ, ਇਹਨਾਂ ਨੂੰ ਇੱਕ ਰਸਤਾ ਮਿਲ ਜਾਏਗਾ, ਦੁਬਾਰਾ ਤੋਂ ਹਿੰਦੁਸਤਾਨ 'ਚ ਹਮਲਾ ਕਰਨਗੇ ਤੇ ਉਹਦਾ ਸਭ ਤੋਂ ਵੱਡਾ ਖਮਿਆਜਾ ਪੰਜਾਬ ਨੂੰ ਜਾਂ ਅਗਲੇ ਜਿਹੜੇ ਬਾਰਡਰ ਦੇ ਏਰੀਏ ਨੇ ਉਹਨਾਂ ਨੂੰ ਭੁਗਤਣਾ ਪਏਗਾ। ਸੋ ਭਾਵੇਂ ਉਹ ਅੰਗਰੇਜ਼ਾਂ ਵੱਲੋਂ ਲੜ ਰਹੇ ਸਨ, ਬਸ ਅਸਲੀ ਭਾਵਨਾ ਉਹਨਾਂ ਦੀ ਸੀ ਕਿ ਅਸੀਂ ਆਪਣੇ ਮੁਲਕ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਇਸ ਅਫਗਾਨੀ ਹਮਲੇ ਤੋਂ ਬਚਾ ਕੇ ਰੱਖਣਾ ਹੈ। ਸੋ ਡਿਸਾਈਡ ਕੀਤਾ ਗਿਆ ਕਿ ਅਸੀਂ ਜਿਹੜਾ ਮਰਨ ਵਾਸਤੇ ਤਿਆਰ ਹਾਂ, क्योंकि गुरु कलगीधर पातशाह जी ने लिखा है कि जो तो प्रेम खेलन का चाहो सिर तर तली गली मेरी आओ, इत मार्ग पैर तरीजै सिर दीजै कारण कीजै, मरना पहला मरण कबूल जीवन की छड़ आस, कोई सबना की रेणका तो आओ हमारे पास। कि गुरु कलगीधर पातशाह जी ने अजिहे सिख पैदा कीते हैं जिहड़े खंडे दी धार तो, तलवार दी धार तो जन्म लेंदे हैं, जिन्हां नूं पता हुंदा है कि मौत साडे वास्ते पहला जीवन बाद विच है। पहला मरण कबूल, पहला मरना कबूल करके जीवन की छड़ आस, जिंदगी की आस छड़ के अगे आउंदे ने। सो अजिहे बहादुर जवान सन। उन्हां 21 सिखां ने हवलदार ईश्वर सिंह जिहड़ा उन्हां दा लीडर सी, ਉਹਦੇ ਕਹਿਣ ਤੇ सलाह कीती और सब ने अरदास करके जकारे छड्ड के सीधा ऐलान किया कि ਅਸੀਂ लड़ांगे, जिंदगी के अखीरले साह तक लड़ांगे। और जो उदन होया ਉਹੋ ਜਿਹਾ इतिहास ना दुनिया ਦੇ ਵਿੱਚ ਕਿਸੇ ਨੇ ਸੁਣਿਆ ਸੀ, ना दुनिया ਦੇ ਵਿੱਚ ਕਿਸੇ ਨੇ ਵੇਖਿਆ ਸੀ। ਚਮਕੌਰ ਦੀ ਗੜੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਮੌਜੂਦ ਸਨ, ਇਸ ਕਰਕੇ ਉਹ ਆਪ ਵੱਡੀ ਤਾਕਤ ਸਨ, ਮੌਜੂਦ ਸਨ। ਇਸ ਕਰਕੇ ਅਗਰ ਉਹਨੂੰ ਸਾਈਡ ਤੇ ਛੱਡ ਦਈਏ ਤੇ ਅਗਰ ਦੁਨੀਆ ਦੇ ਇਤਿਹਾਸ ਦੀ ਗੱਲ ਕਰੀਏ, ਦੁਨੀਆ ਦੇ ਵਿੱਚ ਜਿੰਨੇ ਵੀ ਅਜਿਹੇ ਯੁੱਧ ਹੋਏ ਹਨ ਜਿਨ੍ਹਾਂ ਨੂੰ ਅਜਿਹਾ ਕਿਹਾ ਜਾ ਸਕਦਾ ਹੈ ਕਿ ਉਹ ਲਾਸਟ ਸਾਹ ਤੱਕ ਜਿੱਥੇ ਨੇ ਯੋਧੇ ਲੜੇ, ਉਹ ਸਾਰੇ ਤੁਸੀਂ ਅਗਰ ਵਾਰਸ ਦੁਨੀਆ ਦੇ ਚੱਕ ਕੇ ਦੇਖ ਲਓ, ਉਹ ਸਾਰਿਆਂ ਤੋਂ ਵੀ ਵੱਧ ਕੇ ਜਿਹੜਾ ਸਥਾਨ ਮਿਲਦਾ ਹੈ ਉਹ ਸਾਰਾਗੜੀ ਦੀ ਲੜਾਈ ਨੂੰ ਮਿਲਦਾ ਹੈ। ਤੇ 21 ਸਿੱਖਾਂ ਨੇ ਉਧਰ 1000 ਅਫਗਾਨੀਆਂ ਦਾ ਮੁਕਾਬਲਾ ਕੀਤਾ। ਸਾਰੇ ਪਾਸੇ ਗੋਲੀਆਂ ਵਰ ਰਹੀਆਂ ਸਨ, ਤੋਪਾਂ ਦੇ ਗੋਲੇ ਆ ਰਹੇ ਸਨ। ਗੜੀ ਕੋਈ ਜ਼ਿਆਦਾ ਮਜ਼ਬੂਤ ਨਹੀਂ ਸੀ, ਤੋਪਾਂ ਦੇ ਗੋਲੇ ਨਾਲ ਉਹ ਗੜੀ ਟੁੱਟ ਵੀ ਗਈ। ਲੇਕਿਨ ਸਿੱਖ ਐਡੀ ਬਹਾਦਰੀ ਨਾਲ ਲੜੇ ਕਿ ਜਿਹੜੇ ਅਫਗਾਨ ਇਹ ਸੋਚੀ ਬੈਠੇ ਸਨ ਕਿ ਅਸੀਂ ਸਿਰਫ ਅੱਧੇ ਪੌਣੇ ਘੰਟੇ 'ਚ ਅਸੀਂ ਇਸ ਕਿਲੇ ਤੇ ਕਬਜ਼ਾ ਕਰਕੇ ਗੁਲਿਸਤਾਨ ਵੱਲ ਵੱਧ ਜਾਵਾਂਗੇ। ਸਾਰਾ ਦਿਨ ਲੰਘ ਗਿਆ, ਉਹ ਸਾਰਾਗੜੀ ਵਿੱਚ ਐਂਟਰ ਨਹੀਂ ਕਰ ਸਕੇ। ਇਤਿਹਾਸ ਦੱਸਦਾ ਹੈ, ਖੁਦ ਅਫਗਾਨੀ ਜਿਹੜੇ ਮੰਨਦੇ ਹਨ ਉਹ 300 ਕੁਝ ਜਾਨਾਂ ਮੰਨਦੇ ਹਨ, ਜਿਹੜੇ ਆਮ ਇਤਿਹਾਸਕਾਰ ਹਨ ਉਹ 600 ਤੋਂ ਵੱਧ ਮੰਨਦੇ ਹਨ ਕਿ ਅਫਗਾਨੀ ਮਾਰੇ ਗਏ। ਲੇਕਿਨ ਜਿਹੜੇ ਖੋਜੀ ਇਤਿਹਾਸਕਾਰ ਹਨ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ, ਜਿਨ੍ਹਾਂ ਨੇ ਇਸ ਪੂਰੇ ਜਾ ਕੇ ਖੋਜ ਕੀਤੀ ਉਸ ਇਲਾਕੇ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਕਰੀਬ 1200 ਦੇ ਕਰੀਬ ਉਦਨ ਅਫਗਾਨੀ ਮਾਰੇ ਗਏ। 21 ਸਿੱਖਾਂ ਨੇ 36 ਸਿੱਖ ਉਹਨਾਂ ਦੀ ਰੈਜੀਮੈਂਟ ਦਾ ਨਾਮ ਸੀ, ਜਿਸ ਰੈਜੀਮੈਂਟ ਤੋਂ ਸਨ 36 ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੰਘਾਂ ਨੇ ਉਦਨ ਕਰੀਬ 1200 ਅਫਗਾਨੀ ਮਾਰੇ। ਤੇ 1200 ਅਫਗਾਨੀਆਂ ਨੂੰ ਮਾਰਨ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਸੀ ਕਿ ਉਹਨਾਂ ਨੇ ਰਾਤ ਹਨੇਰਾ ਹੋਣ ਤੱਕ ਆਪਣੇ ਕਿਲੇ ਤੇ ਕਬਜ਼ਾ ਨਹੀਂ ਹੋਣ ਦਿੱਤਾ। ਔਰ ਜਦੋਂ ਉਸ ਕਿਲੇ ਤੇ ਕਬਜ਼ਾ ਹੋਇਆ, ਜਦੋਂ 21 ਸਿੱਖ ਮਾਰੇ ਗਏ, ਲਾਸਟ ਸਾਰੇ ਸਿੰਘ ਸ਼ਹੀਦ ਹੋ ਗਏ। ਗੁਰਮੁਖ ਸਿੰਘ ਲਾਸਟ ਵਿੱਚ ਸ਼ਹੀਦ ਹੋਇਆ, ਹਵਲਦਾਰ ਈਸ਼ਰ ਸਿੰਘ ਵੀ ਸ਼ਹੀਦ ਹੋ ਗਿਆ, ਉਹਦੇ ਸਾਰੇ ਸਿੰਘ ਸ਼ਹੀਦ ਹੋ ਗਏ, 21 ਸਿੰਘ ਸ਼ਹੀਦ ਹੋ ਗਏ। ਉਦੋਂ ਤੱਕ ਅਫਗਾਨੀਆਂ ਦਾ ਇੰਨਾ ਕੁ ਨੁਕਸਾਨ ਹੋ ਚੁੱਕਾ ਸੀ ਔਰ ਰਾਤ ਹੋ ਚੁੱਕੀ ਸੀ ਕਿ ਗੁਲਿਸਤਾਨ ਦੇ ਕਿਲੇ ਤੇ ਪਹੁੰਚਣ ਦਾ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਸੁਪਨਾ ਹੀ ਰਹਿ ਗਿਆ। ਉਹ ਗੁਲਿਸਤਾਨ ਦੇ ਕਿਲੇ ਤੱਕ ਨਹੀਂ ਪਹੁੰਚ ਸਕੇ। ਉਹ ਅੰਦਰੋਂ ਇੰਨੇ ਡਰ ਗਏ, ਉਹਨਾਂ ਦਾ ਹੌਸਲਾ ਇੰਨਾ ਖਤਮ ਹੋ ਗਿਆ ਕਿ ਜੇ ਇਹ 21 ਸਿੱਖ ਨੇ, ਇਹਨਾਂ ਨੇ ਸਾਡੇ 1200 ਅਫਗਾਨੀ ਮਾਰ ਮੁਕਾਏ ਨੇ ਤੇ ਗੁਲਿਸਤਾਨ ਦੇ ਵਿੱਚ ਤਕਰੀਬ 250-300 ਦੀ ਨਫਰੀ ਹੈ, ਉੱਥੇ ਸਾਡੇ 12000 ਸਾਰੇ ਮਾਰੇ ਜਾਣਗੇ। ਅਖੀਰ ਉਹ ਗੁਲਿਸਤਾਨ ਦਾ ਕਿਲਾ ਜਿਹੜਾ ਉਹਨਾਂ ਨੇ ਫਤਿਹ ਕਰਨਾ ਸੀ ਉਹ ਵਿੱਚੇ ਛੱਡ ਕੇ ਉੱਥੇ ਸਾਰਾਗੜੀ ਤੇ ਰੁਕੇ। ਲੇਕਿਨ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਉਹ ਕਿਲਾ ਜਿਹੜਾ ਉਹਨਾਂ ਤੋਂ ਫਿਰ ਵਾਪਸ ਲੈ ਲਿਆ ਗਿਆ ਦੁਬਾਰਾ, ਤੇ ਬ੍ਰਿਟਿਸ਼ ਆਰਮੀ ਉੱਥੇ ਪਹੁੰਚੀ ਤੇ ਉਹ ਕਿਲੇ ਤੇ ਉਹਨਾਂ ਦਾ ਦੁਬਾਰਾ ਸਾਰਾਗੜੀ ਦੇ ਕਿਲੇ ਤੇ ਉਹਨਾਂ ਦਾ ਕਬਜ਼ਾ ਹੋਇਆ। ਤੇ ਜਿਹੜਾ ਅਫਗਾਨੀਆਂ ਦਾ 12000 ਦਾ ਇੱਕ ਬੜਾ ਵੱਡਾ, ਮੈਂ ਸਮਝਣਾ ਕਿ ਉੱਥੇ ਜਿਹੜੇ ਟ੍ਰਾਈਬਲ ਸਨ, ਪਖਤੂਨ ਟ੍ਰਾਈਬਲ ਜਿਹੜੇ ਸਨ, ਉਹਨਾਂ ਦੀ ਜਿਹੜੀ ਬੜੀ ਵੱਡੀ ਨਫਰੀ ਸੀ ਉਹਨਾਂ ਨੂੰ ਮੂੰਹ ਦਿਖਾਣੀ ਪਈ। ਕਿ ਸਿੱਖਾਂ ਦੇ ਕੋਲ ਦੋਨੋਂ ਆਪਸ਼ਨ ਸਨ, ਉਹ ਕਿਲਾ ਛੱਡ ਕੇ ਵੀ ਜਾ ਸਕਦੇ ਸਨ। ਰਾਦਰ ਗੁਲਿਸਤਾਨ ਦੇ ਕਿਲੇ ਤੋਂ ਉਹਨਾਂ ਨੂੰ ਸੰਦੇਸ਼ ਦਿੱਤਾ ਗਿਆ ਸੀ ਕਿ ਤੁਸੀਂ ਕਿਲਾ ਛੱਡ ਦਿਓ, ਤੁਹਾਡੀ ਜਾਨ ਨਹੀਂ ਬਚਣੀ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਸਾਹਮਣਾ ਨਹੀਂ ਕਰ ਪਾਓਗੇ, ਤੁਸੀਂ ਛੱਡ ਕੇ ਗੁਲਿਸਤਾਨ ਆ ਜਾਓ, ਇੱਥੋਂ ਲੜਾਈ ਲੜਾਂਗੇ। ਲੇਕਿਨ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਕਿਲਾ ਛੱਡ ਕੇ ਗੁਲਿਸਤਾਨ ਚਲੇ ਗਏ ਤੇ ਗੁਲਿਸਤਾਨ ਦਾ ਕਿਲਾ ਵੀ ਨਹੀਂ ਬਚਣਾ, ਕਿਉਂਕਿ ਇਹ ਬੜੀ ਵੱਡੀ ਤਾਦਾਦ ਵਿੱਚ ਨੇ।
ਉਹਨਾਂ ਨੇ ਮੌਤ ਨੂੰ ਕਬੂਲ ਲਿਆ, ਲੇਕਿਨ ਇੱਕੋ ਸੀ ਕਿ ਸਾਨੂੰ ਮਰਨਾ ਮਨਜ਼ੂਰ ਹੈ ਲੇਕਿਨ ਕਿਲਾ ਛੱਡਣਾ ਮਨਜ਼ੂਰ ਨਹੀਂ, ਕਿਉਂਕਿ ਜੇ ਕਿਲਾ ਛੱਡਦਾ ਤੇ ਗੁਲਿਸਤਾਨ ਵੀ ਹੱਥੋਂ ਜਾਏਗਾ, ਜੇ ਗੁਲਿਸਤਾਨ ਹੱਥੋਂ ਗਿਆ ਤੇ ਇਹਨਾਂ ਨੂੰ ਦੁਬਾਰਾ ਤੇ ਹਿੰਦੁਸਤਾਨ ਤੇ ਅਟੈਕ ਕਰਨ ਦਾ ਮੌਕਾ ਮਿਲ ਜਾਏਗਾ। ਉਹ ਬਹਾਦਰੀ ਦੀ ਇੱਕ ਅਜਿਹੀ ਦਾਸਤਾਨ ਲਿਖੀ ਗਈ ਜਿਹਦਾ ਜ਼ਿਕਰ ਜਦੋਂ ਪਾਰਲੀਮੈਂਟ ਲੰਡਨ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਪਹੁੰਚਿਆ ਤੇ ਪੂਰੀ ਬ੍ਰਿਟਿਸ਼ ਪਾਰਲੀਮੈਂਟ ਨੇ ਖੜੇ ਹੋ ਕੇ ਇਹਨਾਂ 21 ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ, ਇਹਨਾਂ ਨੂੰ ਸੈਲੂਟ ਕੀਤਾ ਤੇ ਇਹਨਾਂ ਨੂੰ ਸਾਰਿਆਂ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਉਸ ਟਾਈਮ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਬੜਾ ਵੱਡਾ ਸਨਮਾਨ ਹੁੰਦਾ ਸੀ, 21 ਦੇ 21 ਸਿੱਖਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ। ਵੀ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਆ, ਜਿੱਥੇ ਪਾਰਕਿੰਗ ਬਣੀ ਹੈ, ਪਾਰਕਿੰਗ ਤੋਂ ਥੱਲੇ ਉਤਰਨੇ ਆ ਤੇ ਸਾਹਮਣੇ ਹੀ ਇਤਿਹਾਸਕ ਯਾਦਗਾਰ ਸਾਰਾਗੜੀ ਦੀ ਬਣੀ ਹੋਈ ਹੈ। ਉਹ ਜਿਹੜਾ ਏਰੀਆ ਹੁਣ ਉਹ ਕੁਝ ਹਿੱਸਾ ਅਫਗਾਨਿਸਤਾਨ ਵਿੱਚ ਹੈ, ਕੁਝ ਹਿੱਸਾ ਪਾਕਿਸਤਾਨ ਵਿੱਚ ਹੈ, ਜਿੱਥੇ ਸਾਰਾ ਸਾਕਾ ਵਾਪਰਿਆ ਉਹ ਦੋਨੋਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹ ਹਿੱਸਾ ਵੰਡਿਆ ਹੋਇਆ ਹੈ। ਮੈਂ ਮੰਨਣਾ ਕਿ ਅਜਿਹੀ ਦਾਸਤਾਨ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ, ਸ਼ਾਇਦ ਇਹਦੇ ਨਾਲ ਦੀ ਤਾਂ ਕੋਈ ਵੀ ਨਾ ਮਿਲਦੀ ਹੋਏ। ਹਾਲਾਂਕਿ ਸਿੱਖ ਇਤਿਹਾਸ ਅਗਰ ਆਪਾਂ ਪੜ੍ਹੀਏ ਤੇ ਅਜਿਹੀਆਂ ਮਹਾਨ ਕੁਰਬਾਨੀਆਂ ਨਾਲ ਸਿੱਖ ਇਤਿਹਾਸ ਭਰਿਆ ਹੋਇਆ ਹੈ, ਲੇਕਿਨ ਸਾਰਾਗੜੀ ਦੀ ਲੜਾਈ ਨੇ ਉਹਨਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਚਮਕੌਰ ਦੇ ਗੜੀ ਦੀ ਲੜਾਈ ਜਿਹੜੀ ਹੈ ਉਹ ਇੱਕ ਇਤਿਹਾਸਕ ਮਿੱਥ ਲੱਗਦਾ ਸੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਅਤਕਥਨੀ ਹੈ। ਹੋਰ ਜਿਹੜੀਆਂ ਸਿੱਖ ਇਤਿਹਾਸ ਦੇ ਅੰਦਰ ਅਜਿਹੀਆਂ ਘਟਨਾਵਾਂ ਵਰਤੀਆਂ, ਉਹਨਾਂ ਨੂੰ ਲੱਗਦਾ ਸੀ ਕਿ ਮਿੱਥ ਨੇ, ਇਹ ਗੜੰਗ ਜ਼ਿਆਦਾ ਮਾਰ ਰਹੇ ਨੇ, ਅਜਿਹਾ ਨਹੀਂ ਹੋ ਸਕਦਾ। ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋਏ। ਇਹਨਾਂ ਮਹਾਨ ਸੂਰਵੀਰ ਯੋਧਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਨੂੰ, ਕਿਉਂਕਿ ਅੰਮ੍ਰਿਤਧਾਰੀ ਸਿੱਖ ਸਨ ਇਹ ਸਾਰੇ, ਬੇਸ਼ੱਕ ਬ੍ਰਿਟਿਸ਼ ਆਰਮੀ ਵਿੱਚ ਸਨ ਪਰ ਅੰਮ੍ਰਿਤਧਾਰੀ ਸਿੱਖ ਸਨ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਜੋਸ਼, ਜੋ ਜਨੂਨ ਇਹਨਾਂ ਵਿੱਚ ਬਖਸ਼ਿਆ ਸੀ, ਉਸ ਜੋਸ਼ ਤੇ ਜਨੂਨ ਨੂੰ ਉਹਨਾਂ ਨੇ ਕਾਇਮ ਰੱਖਿਆ ਤੇ ਆਪਣਾ ਨਾਮ ਤਾਂ ਹਮੇਸ਼ਾ ਲਈ ਦੁਨੀਆ ਵਿੱਚ ਅਮਰ ਕਰ ਗਏ। ਸਿੱਖ ਇਤਿਹਾਸ, ਸਿੱਖਾਂ ਦਾ ਜਿਹੜਾ ਗੌਰਵਮਈ ਵਿਰਸਾ ਹੈ, ਉਹਦੇ ਵਿੱਚ ਕੁਝ ਇੱਕ ਅਜਿਹਾ ਹਿੱਸਾ ਜੋੜ ਗਏ ਜਿਹੜਾ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਤੇ ਦੁਨੀਆ ਭਰ ਦੇ ਜਿਹੜੇ ਮੈਂ ਸਮਝਣਾ ਕਿ ਜਿਹੜੇ ਵਾਰਸ ਦੇ ਉੱਪਰ ਰਿਸਰਚ ਕਰਦੇ ਨੇ, ਉਹ ਅੱਜ ਵੀ ਸਾਰਾਗੜੀ ਦੀ ਲੜਾਈ ਦੇ ਉੱਪਰ ਰਿਸਰਚ ਜ਼ਰੂਰ ਕਰਦੇ ਨੇ।